ਸਰ ਕਿੰਨੇ ਸਾਲਾਂ ਤੋਂ ਅਦਨਾਨ ਦੇ ਨਾਲ ਹੈਗੇ? ਤਕਰੀਬਨ 4 ਸਾਲ ਤੋਂ 4 ਸਾਲ ਹੋ ਗਏ ਸੀ, ਵਿਆਹ ਨਹੀਂ ਕੀਤਾ ਸੀ। ਨਹੀਂ ਕੁਛ ਵੀ ਨਹੀਂ ਕੀਤਾ। ਸਰ ਦੇ ਨਾਲ ਕਿਉਂ ਰਹਿੰਦਾ ਸੀ ਅਦਨਾਨ? ਉਹਦੀ ਹਵਸ ਪੂਰੀ ਕਰਨ ਲਈ ਹਵਸ ਪੂਰੀ ਕਰਦਾ ਸੀ। ਹਵਸ ਪੂਰੀ ਕਰਦਾ। 2 ਨੰਬਰ ਰੱਜ ਕੇ ਖਤੂਨ 2 ਨੰਬਰ ਕੋਠਾ ਚਲਾਉਂਦੀ ਹੈ। ਕੋਠਾ ਜਿਹਨੂੰ ਅਸੀਂ ਕਹਿੰਦੇ ਆ ਨਾ ਚੱਕਲਾ, ਉਹ ਚਲਾਉਂਦੀ ਹੈ। ਉਦੋਂ ਵੀ ਮੈਂ ਹਮਲਾ ਵਾ, ਮੈਂ ਉਹ ਬੱਚਾ ਕਿੱਥੇ ਜਿਹੜਾ 2 ਸਾਲ ਪਹਿਲਾਂ ਦਵਾਨੇ ਸੀ ਮੇਰੇ ਕੋਲ ਮੇਰੇ ਪੇਟ 'ਚ, ਉਹ ਕਿੱਥੇ? ਮੈਂ ਵਹਾ ਮੈਨੂੰ ਵਹਾ ਮੇਰਾ ਪੁੱਤਰਾ ਕਿੱਥੇ? ਉਹ ਭੱਜ ਗਈ। ਹੁਣ ਫਿਰ 5 ਮਹੀਨੇ ਦਾ ਬੱਚਾ ਚੁੱਕੀ ਫਿਰਦੀ ਹੈ ਮੇਰੇ पेट 'ਚ ਜੀ। ਰਿਪੋर्ट ਲਈ ਫਿਰਦੀ, ਹੁਣ ਪਤਾ नहीं वो किधर। मैं डीएनए टेस्ट कराओ। अस्सलामुअलैकुम, आप टीवी से मैं हूं फैसल खान सूरी। मर्द बेवफा हो तो एक नस्ल तबाह होती है, लेकिन औरत बेवफा निकल आए तो नस्लें तबाह हो जाती हैं। मेरे साथ अदनान के वालिद मोहतरम मौजूद हैं। अदनान का एक ख़तून के साथ रिलेशन था। ख़तून की उम्र तकरीबन 40 साल से ज़ायद थी और उस ख़तून का नाम है कौसर। कौसर की पहले 4 शादियां हुई और 5वीं शादी इससे करना नहीं चाहती थी, बल्कि इसको अपनी हवस पूरी करने के लिए अपने पास रखा हुआ था। मामलात क्या हैं? मामलात यहाँ पे पहुंच चुके हैं कि कौसर ने अदनान पर झूठी एफआईआर करवा दी है और उसको हवालात में बंद करवा दिया है, सिर्फ ब्लैकमेल करके कि तुमने मेरे साथ रेप किया है। और जबकि 4 साल से अदनान कौसर के साथ जुड़ा हुआ था और कौसर की हवस को पूरा कर रहा था। बाकी के मामलात अदनान के वालिद मोहतरम से जानने की कोशिश करते हैं। सर बताइएगा, ये कौसर खातून है कौन? ਇਹ ਇੱਥੇ ਇਹਦੇ ਵਿੱਚ ਨਹੀਂ ਯੂਨਾਬਾਦ 'ਚ ਰਹਿੰਦੀ ਹੈ। ਅੱਛਾ, ਹਾਂਜੀ। ਤੁਹਾਡੇ ਬੇਟੇ ਦੇ ਨਾਲ ਕਿਉਂ ਲਿੰਕ ਹੋਈ ਹੈ? ਮੇਰੇ ਬੇਟੇ ਦੀ ਦੁਕਾਨ ਹੈ ਯੂਨਾਬਾਦ, ਮੋਟਰਸਾਈਕਲਾਂ ਦਾ ਕੰਮ ਕਰਦਾ। ਅੱਛਾ, ਇਹ ਉਹਦੇ ਨਾਲ ਲਿੰਕ ਹੋ ਗਈ ਹੈ ਤੇ ਬੜਾ ਸਾਨੂੰ ਪਰੇਸ਼ਾਨ ਕੀਤਾ ਇਹਨੇ। ਔਰਤ ਨੇ ਰੋਜ਼ ਉਹ ਦੁਕਾਨ 'ਤੇ ਬਹਿਰਾਨਾ ਵੜ ਕੇ ਬੈਠਾ ਸਾਰੇ ਸਮਝਾਉਂਦੇ ਰਹੇ। ਪੂਰੇ ਮੁਹੱਲੇ ਸਾਡੇ 'ਚ ਸ਼ੋਰ ਮਚ ਗਿਆ ਕਿ ਦਨਾਨ ਇੱਕ ਸੈਨ ਦੇ ਨਾਲ ਫਿਰਦਾ ਪਿਆ। ਅੱਛਾ, ਤੇ ਉਹਦੀ ਦੋਸਤੀ ਹੈਗੀ ਸੀ? ਦੋਸਤੀ ਇਹਨੇ ਜਾ ਕੇ ਕਰ ਲਈ ਨਾ, ਉਹਦੀ ਦੁਕਾਨ 'ਤੇ ਜਾ ਕੇ ਕਰ ਲਈ। ਪਹਿਲੇ ਕੋਈ ਚੱਕਰ ਨਹੀਂ ਸੀ ਹੈਗਾ। ਇਹ ਜਾਂਦੀ ਰਹੀ, ਫਿਰ ਉਹਨੂੰ ਆਪਣੇ ਘਰ ਲੈ ਗਏ। ਹੌਲੀ 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 ਸਾਡੇ ਕੋਲ ਦੂਰ ਕਰ ਲਿਆ ਉਹਨੇ। ਅੱਛਾ, ਫਿਰ ਉਹਨੇ ਅੱਜ ਤੋਂ 2 ਸਾਲ ਪਹਿਲੇ ਥਾਣੇ ਦੇ ਨਸ਼ਤਰ ਜਾ ਕੇ ਦਰਖਾਸਤ ਦਿੱਤੀ। ਉਹ ਇੱਥੋਂ ਮੈਨੂੰ ਆ ਕੇ ਲੈ ਗਏ, ਆਓ ਜੀ ਹਾਜੀ ਸਾਹਿਬ ਤੁਸੀਂ ਥਾਣੇ ਜਾਓ। ਤੁਹਾਨੂੰ ਲੈ ਗਏ? ਮੈਨੂੰ ਲੈ ਗਏ। ਮੈਂ ਗਿਆ, ਉਹ ਔਰਤ ਵੀ ਉੱਥੇ ਬੈਠੀ ਤੇ ਮੇਰਾ ਬੇਟਾ ਤੇ ਮੇਰੇ ਨਾਲ ਹੀ ਗਿਆ ਨਾ। ਉਹ ਸਰ ਕਿੰਨੇ ਸਾਲਾਂ ਤੋਂ ਅਦਨਾਨ ਦੇ ਨਾਲ ਹੈਗੀ? ਤਕਰੀਬਨ 4 ਸਾਲ ਤੋਂ। 4 ਸਾਲ ਹੋ ਗਏ ਸੀ, ਵਿਆਹ ਨਹੀਂ ਕੀਤਾ ਸੀ। ਨਹੀਂ ਕੁਛ ਵੀ ਨਹੀਂ ਕੀਤਾ। ਤੇ ਕੌਸਰ ਦੇ ਨਾਲ ਕਿਉਂ ਰਹਿੰਦਾ ਸੀ ਅਦਨਾਨ? ਉਹਦੀ ਹਵਸ ਪੂਰੀ ਕਰਨ ਲਈ ਹਵਸ ਪੂਰੀ ਕਰਦਾ ਸੀ। ਹਵਸ ਪੂਰੀ ਕਰਦਾ ਸੀ। 4 ਸਾਲਾਂ ਤੋਂ ਹਵਸ ਪੂਰੀ ਕਰ ਸਾਲਾਂ ਤੋਂ। ਕੌਸਰ ਦੇ ਕਿੰਨੇ ਬੱਚੇ ਸੀ? ਕੌਸਰ ਦੇ ਕਾਫੀ ਬੱਚੇ ਨੇ, ਨਹੀਂ ਪਤਾ ਕਿ ਬੱਚੀ ਉਹਦੀ ਜਵਾਨ ਹੈ ਜਿਹਦੀ ਇਸ ਵੇਲੇ ਕਮਾਈ ਖਾ ਰਹੀ ਹੈ। ਅੱਛਾ, ਹਾਂਜੀ, ਉਹਨੂੰ ਵੀ ਉਹਨੇ ਘਰ 'ਚ ਰੱਖਿਆ ਹੈ। ਤੇ ਦਨਾਨ ਨੂੰ ਹੁਣ ਸ਼ਾਦੀ ਕਰਨਾ ਚੱਕਰ ਸੀ। ਉਹ ਦਨਾਨਾ ਦਾ ਮੁਸਲਮਾਨ ਹੋ ਤੇ ਮੈਂ ਫਿਰ ਤੇ ਨਾਲ ਨਿਕਾਹ ਕਰਾਂਗਾ, ਲੇਕਿਨ ਮੇਰੇ ਘਰ 'ਚ ਉਹ ਨਹੀਂ ਆ ਸਕਦੇ। ਮੈਂ ਉਹਨੂੰ ਕੌਸਰ ਦੇ ਪਹਿਲੇ ਕਿੰਨੇ ਵਿਆਹ ਹੋਏ ਸੀ? 4 ਵਿਆਹ ਹੋਏ ਸੀ। ਉਹਨਾਂ ਕੋਲ ਤਲਾਕ ਲੈ ਚੁੱਕੀ ਹੈ। ਤਲਾਕ ਲੈ ਚੁੱਕੀ? ਤਲਾਕ ਲੈ ਚੁੱਕੀ ਹੈ। 5ਵਾਂ ਇਹਨੂੰ ਫਾਇਆ ਸੋ। ਅੱਛਾ, ਇਹ ਜੋ ਕਮਾਉਂਦਾ ਉਸ ਔਰਤ ਨੂੰ ਜਾ ਕੇ ਖਵਾਉਂਦਾ। ਤੁਹਾਨੂੰ ਕੁਝ ਨਹੀਂ ਦਿੰਦਾ? ਸਾਨੂੰ ਕੁਝ ਨਹੀਂ ਦਿੰਦਾ। ਇਹਨੇ ਆਪਣੀ ਉਹ ਪੂਰੀ ਫੈਮਿਲੀ ਸਾਂਭੀ ਉਹਨਾਂ ਦੀ। ਉਹਨਾਂ ਨੂੰ ਖਵਾ ਰਿਹਾ, ਪਿਆ ਰਿਹਾ, ਜੋ ਵੀ ਮਰਜ਼ੀ ਕਰ ਰਿਹਾ। ਮੈਂ ਉਹਨੂੰ ਅਖੀਰ ਆ ਕੇ ਆਪਣੀ ਪ੍ਰਾਪਰਟੀ ਤੋਂ ਆ ਕਰ ਦਿੱਤਾ। ਅੱਛਾ, ਅਦਨਾਨ ਨੂੰ ਮੇਰੇ ਕੋਲ ਡਾਕੂਮੈਂਟ ਹੈ ਨੇ, ਮੈਂ ਦਿਖਾਏ ਨੇ ਅੱਗੇ। ਇਹਨਾਂ ਨੂੰ ਆ ਕਰ ਦਿੱਤਾ। ਤੇ ਅਦਨਾਨ ਪੂਰਾ ਦਿਨ ਪੂਰੀ ਰਾਤ ਉੱਥੇ ਹੀ ਰਹਿੰਦਾ ਸੀ? ਉੱਥੇ ਹੀ ਰਹਿੰਦਾ ਸੀ। ਦੁਕਾਨ ਕੀਤੀ ਤੇ ਮੁੜ ਕੇ ਉਧਰ ਚਲਾ ਗਿਆ। ਉਹ ਦਿਨ ਦਿਹਾੜ ਆ, ਈਦ ਸ਼ਬਰਾਤ ਆ, ਘਰ ਨਹੀਂ ਸੀ ਆਉਂਦਾ। ਹੁਣ ਦੱਸ ਤੇ ਘਰ ਕੋਈ ਗੈਰ ਮਰਦ ਵੀ ਆਉਂਦੇ ਸੀ? ਹਾਂਜੀ, ਗੈਰ ਮਰਦ ਆਉਂਦੇ ਨੇ। ਤੇ ਉਹ ਇਸ ਦੀ ਔਰਤ ਹੈ ਨਾ ਅੱਛਾ, ਬੰਦੇ। ਇਹ ਮੁੰਡਾ ਹੁਣ ਉੱਥੋਂ ਮੇਰਾ ਬੇਟਾ ਜਿਹੜਾ ਦੌਰਾਨ ਹੈ, ਇਹ ਉੱਥੋਂ ਨੱਸ ਕੇ ਆ ਗਿਆ। ਬੂਝ ਉਹਨੂੰ ਕਿਹਾ ਮੈਂ ਆਪਣੀ ਕੁੜੀ ਵਿਆਹ ਦੇ। ਉਹਦੇ ਘਰ ਗੈਰ ਬੰਦੇ ਬਹੁਤ ਆਉਂਦੇ ਨੇ, ਮੁੰਡੇ ਕਾਲਜਾਂ ਦੇ, ਸਕੂਲਾਂ ਦੇ, ਜੋ ਵੀ ਉਹ ਤੇ ਤਮਾਸ਼ ਵੀ ਨਹੀਂ ਕਰਦੇ ਨੇ ਆ ਕੇ। ਤੁਹਾਡੇ ਬੇਟੇ ਦੀ ਉਮਰ ਕਿੰਨੀ ਸੀ? ਮੇਰਾ ਬੇਟਾ 20 ਸਾਲ ਦਾ ਹੋਣਾ। ਤੇ ਕੌਸਰ ਦੀ ਉਮਰ ਕਿੰਨੀ ਸੀ? ਉਹਦੀ ਕੋਈ 35-40 ਸਾਲ ਦੇ ਦਰਮਿਆਨ ਹੈ। ਤੇ ਹੁਣ ਕੌਸਰ ਨੇ ਐਫਆਈਆਰ ਕਿਉਂ ਕਟਵਾਈ ਹੈ ਅਦਨਾਨ ਤੇ? ਉਹ ਦਨਾਨ ਉੱਥੋਂ ਆ ਜੂ ਗਿਆ ਨੱਸ ਕੇ। ਅੱਛਾ, ਉਹ ਆਂਦਾ ਤੂੰ ਆਪਣੀ ਬੱਚੀ ਦੀ ਪਹਿਲੇ ਸ਼ਾਦੀ ਕਰ, ਫਿਰ ਤੇਰੇ ਨਾਲ ਮੈਂ ਕਰਾਂਗਾ ਨਿਕਾਹ। ਲੇਕਿਨ ਅਸੀਂ ਕਿਹਾ ਤੈਨੂੰ ਪਹਿਲੇ ਮੁਸਲਮਾਨ ਅਸੀਂ ਕਰਾਂਗੇ। ਉਹ ਆਂਦੀ ਮੈਂ ਮੁਸਲਮਾਨ ਹੋਈ ਹਾਂ, ਲੇਕਿਨ ਮੈਂ ਨਹੀਂ, ਇਹ ਮੁਸਲਮਾਨ ਸਾਨੂੰ ਤਾਂ ਕੋਈ ਪ੍ਰੂਫ ਨਹੀਂ ਹੈਗਾ ਨਾ। ਤੂੰ ਮੁਸਲਮਾਨ। ਇਹਨੂੰ ਮੈਂ ਵੇਖਿਆ ਚਰਚ ਜਾਂਦੀ ਨੂੰ। ਅੱਛਾ, ਚਰਚ ਜਾਂਦੀ ਸੀ? ਚਰਚ ਜਾਂਦੀ ਤਾਂ ਨਾ ਇਹਨਾਂ ਕੁਰਾਨ ਪਾਕ ਦੀ ਸੂਰਤ ਦਾ ਰੱਖਿਆ, ਸੂਰਾ ਕੌਸਰ ਦੇ ਨਾਂ ਰੱਖਿਆ ਉਹਨੇ ਕੌਸਰ। ਹਾਂਜੀ, ਕੋਈ ਮੁਸਲਮਾਨ ਆ ਕੇ ਯਾਰ ਮੁਸਲਮਾਨ ਹੈ, ਲੇਕਿਨ ਨਹੀਂ ਹਾਲੀ ਚਰਚ ਜਾਂਦੀ ਹੈ। ਤੇ ਹੁਣ ਅਦਨਾਨ ਕਿੱਥੇ ਗਿਆ? ਹਵਾਲਾਤ 'ਚ? ਦੌਰਾਨ ਹਵਾਲਾਤ 'ਚ ਗਾਰਾਟੋਨ ਚਲਾ ਗਿਆ। ਅੱਛਾ, ਉਹ ਤਫਸੀਸ਼ ਵਗੈਰਾ ਜੋ ਵੀ ਉਹਨਾਂ ਕਰਨੀ। ਕੌਸਰ ਹੁਣ ਇਹਨੂੰ ਬਲੈਕਮੇਲ ਕਰਦੀ ਪਈ? ਕੌਸਰ ਤੋਂ ਉਸ ਦਿਨ ਤੋਂ ਮੰਜ਼ਰ ਆਮ ਤੋਂ ਗਾਇਬ ਹੋ ਗਈ। ਆਪ ਭੱਜ ਗਈ? ਆ ਭੱਜ ਗਈ। ਫੋਨ ਨੰਬਰ ਮੇਰਾ ਐਫਆਈਆਰ ਤੇ ਦਿੱਤਾ ਹੈ? FIR 'ਚ ਮੇਰਾ ਲਿਖਿਆ ਹੈ। ਅੱਛਾ, ਹਰ 10 ਮਿੰਟ ਬਾਅਦ ਮੈਨੂੰ ਫੋਨ ਆਉਂਦਾ ਹੈ। ਨਹੀਂ ਤੁਹਾਡਾ ਕਿਉਂ ਨੰਬਰ ਲਿਖਵਾ ਕੇ ਗਈ? ਇਹ ਤਾਂ ਹੁਣ ਉਹਨੂੰ ਪਤਾ ਹੋਵੇ ਜਾਂ ਲਿਖਣ ਵਾਲੇ ਨੂੰ ਪਤਾ ਹੋਵੇ ਕਿ ਮੈਂ ਨੰਬਰ ਤਾਂ ਉਹਦੇ ਪਿਓ ਦਾ ਲਿਖਣ ਡਿਆ ਵਾਂ। ਇਹ ਕੀ ਚੱਕਰ ਹੈ? 2 ਨੰਬਰ ਖਤੂਨ ਹੈਗੀ? 2 ਨੰਬਰ ਰੱਜ ਕੇ ਖਤੂਨ 2 ਨੰਬਰ ਕੋਠਾ ਚਲਾਉਂਦੀ ਹੈ। ਕੋਠਾ ਜਿਹਨੂੰ ਅਸੀਂ ਕਹਿੰਦੇ ਆ ਨਾ ਚੱਕਲਾ, ਉਹ ਚਲਾਉਂਦੀ ਹੈ। ਤੁਹਾਡੀ ਮੁਲਾਕਾਤ ਹੋਈ ਹੁਣ ਅਦਨਾਨ ਦੇ ਨਾਲ ਹਵਾਲਾਤ 'ਚ? ਹਾਂਜੀ, ਦੌਰਾਨ ਮੈਂ ਨਸ਼ਤਰ ਰੋਜ਼ ਹੀ ਤਕਰੀਬਨ ਸੁਬਾਹ ਸ਼ਾਮ, ਸੁਬਾਹ ਨਾਸ਼ਤਾ, ਰਾਤ ਨੂੰ ਖਾਣਾ ਦੇ ਕੇ ਆਉਣੇ ਸਾਂ। ਤੇ ਕੀ ਕਹਿੰਦਾ ਹੁਣ? ਉਹ ਹੁਣ ਕੁਛ ਨਹੀਂ ਸੀ ਕਹਿੰਦਾ। ਆਂਦਾ ਬੁਝੇ ਗਲਤੀ ਤੇ ਮੈਂ ਹੁਣ ਗਲਤੀ ਤੇਰੇ ਹੋ, ਤੈਨੂੰ ਸਾਰਾ ਅਸੀਂ ਫੈਮਿਲੀ ਸਮਝਾਉਂਦੇ ਤੂੰ ਨਹੀਂ ਸਮਝਿਆ। ਅਖੀਰ ਇਹ ਹੋਣਾ ਸੀ ਜਿਹੜਾ ਹੁਣ ਹੋਇਆ।
ਉਹ ਔਰਤ ਨੇ ਉਹਦੇ FIR ਕਟਾ ਕੇ ਉਹਨੂੰ ਅੰਦਰ ਕਰਾਤਾ। ਰਾਤੀ ਉਹਦੇ ਕੋਲ ਗਈ ਹੈ, ਅਸੀਂ ਉਹ ਥਾਣੇਦਾਰ ਆਂਦਾ ਇਹਨੂੰ ਲੱਭ ਕੇ ਲਿਆਓ। ਕਿਸ ਬੁਨਿਆਦ ਤੇ ਉਹਨੂੰ ਹਵਾਲਾਤ 'ਚ ਬੰਦ ਕੀਤਾ ਹੋਇਆ? ਉਹਨੇ ਰਿਪੋਰਟ ਕੀਤੀ ਜੀ ਮੈਂ ਹਮਲਾ ਵਾਂ। ਅੱਛਾ, ਤੇ ਹਮਲਾ ਤੇ ਇਹਦੇ 'ਚ ਕੀ ਕਸੂਰ ਹੈ? 5 ਮਹੀਨੇ ਮੈਂ ਹਮਲਾ ਵਾਂ, ਅੱਲਾ ਜਾਣੇ ਉਹ ਕਿਤੇ ਹਮਲਾ ਲਈ ਫਿਰਦੀ। ਉਹਨੇ ਅੱਜ ਤੋਂ 2 ਸਾਲ ਪਹਿਲੇ ਵੀ ਇਹੋ ਹੀ ਪੋਜੀਸ਼ਨ ਕੀਤੀ ਸੀ ਜ਼ਾਰ ਅੱਛਾ ਨਸ਼ਤੇ ਥਾਣੇ 'ਚ, ਮੈਂ ਹਮਲਾ ਵਾਂ ਜੀ, ਮੇਰੇ ਨਾਲ ਸ਼ਾਦੀ ਨਹੀਂ ਕਰਦਾ। ਅੱਛਾ, ਉੱਥੇ ਉਹ ਥਾਣੇਦਾਰ ਕਹਿੰਦਾ ਹਾਜੀ ਸਾਹਿਬ ਕਰਨ ਦਿਓ, ਮਗਰੋਂ ਲਾਓ ਸੁਪਰਾਂ। ਤੁਸੀਂ ਕੀ ਜ਼ਾਪ ਆਇਆ? ਮੈਂ ਕਿਦੋਂ ਇਹਨੂੰ ਜਾ ਕੇ ਡੱਕਿਆ, ਕਿਦੋਂ ਮੈਂ ਮੌਲਾ ਜੱਟ ਬਣਿਆ ਹੋਇਆ, ਸ਼ਾਦੀ ਨਹੀਂ ਹੋ ਸਕਦੀ। ਅੱਛਾ, ਉਹ ਉੱਥੇ ਫਾਰਾ ਕਰਕੇ ਆ ਗਿਆ। ਉਦੋਂ ਵੀ ਮੈਂ ਹਮਲਾ ਵਾ, ਮੈਂ ਉਹ ਬੱਚਾ ਕਿੱਥੇ ਜਿਹੜਾ 2 ਸਾਲ ਪਹਿਲੋਂ ਦਵਾਨੇ ਸੀ ਮੇਰੇ ਕੋਲ ਮੇਰੇ ਪੇਟ 'ਚ, ਉਹ ਕਿੱਥੇ? ਮੈਂ ਵਹਾ ਮੈਨੂੰ ਵਹਾ ਮੇਰਾ ਪੁੱਤਰਾ ਕਿੱਥੇ ਹੀ? ਉਹ ਭੱਜ ਗਈ। ਫਿਰ ਉਹ ਘੂੰ ਘੂੰ ਗੋਲ ਮੋਲ ਕਰ ਗਈ। ਹੁਣ ਫਿਰ 5 ਮਹੀਨੇ ਦਾ ਬੱਚਾ ਚੁੱਕੀ ਫਿਰਦੀ ਹੈ ਮੇਰੇ ਪੇਟ 'ਚ ਜੀ। ਇੱਕ ਰਿਪੋਰਟ ਫਿਰ ਹਮਲਾ ਹੋ ਗਿਆ। ਹਮਲਾ ਹੋ ਗਈ, ਰਿਪੋਰਟ ਲਈ ਫਿਰਦੀ। ਹੁਣ ਪਤਾ ਨਹੀਂ ਉਹ ਕਿਹਦਾ। ਮੈਂ ਕਿਹਾ ਡੀਐਨਏ ਟੈਸਟ ਕਰਾਓ। ਮੈਂ ਤੈਨੂੰ ਸ਼ਰਈ ਅਦਾਲਤ 'ਚ ਲੈ ਕੇ ਜਾਣਾ। ਹੁਣ ਜੇ ਤੂੰ ਮੁਸਲਮਾਨ ਹੋ ਗਈ ਹੈ ਨਾ, ਮੈਂ ਤੈਨੂੰ ਸ਼ਰਈ ਅਦਾਲਤ 'ਚ ਲੈ ਕੇ ਜਾਣਾ। ਇਹ ਫਿਰ ਗਾਇਬ ਹੋ ਗਈ। ਰਾਤੀ ਥਾਣੇ ਗਈ ਉੱਥੇ ਹਟਾਉਣ, ਉੱਥੇ ਜਾ ਕੇ ਕਹਿਣ ਲੱਗੀ ਮੈਂ ਤੈਨੂੰ ਛਡਾ ਦਿਆਂਗੀ। ਹੁਣ ਮੈਂ ਆ ਗਈ, ਹੁਣ ਤੈਨੂੰ ਲੈ ਜਾਵਾਂਗੀ ਛਡਾ ਕੇ। ਅਤੇ ਅੱਜ ਉਹ ਕਚਹਿਰੀ 'ਚ ਨਹੀਂ ਪੇਸ਼ ਹੋਈ, ਪਤਾ ਨਹੀਂ ਕਿਤੇ ਫਿਰ ਚਲੀ ਗਈ। ਹਾਂਜੀ, ਅਜੇ ਬੇਟੇ ਨੇ ਫੋਨ ਕੀਤਾ, ਉਹ ਥਾਣੇਦਾਰ ਨੇ ਕੀਤਾ, ਤੁਸੀਂ ਆਉਂਦੇ ਨਹੀਂ। ਮੈਂ ਕਿਹਾ ਅਸੀਂ ਆ ਜਾਵਾਂਗੇ, ਹੁਣ ਜਾਵਾਂਗੇ ਪਿੱਛੇ ਪਤਾ ਕਰਾਂਗੇ। ਜੇ ਕੌਸਰ ਤੁਹਾਨੂੰ ਵੇਖ ਰਹੀ ਹੈ ਜਾਂ ਕਾਨੂੰਨ ਨਾਫਿਜ਼ ਕਰਨ ਵਾਲੇ ਅਦਾਰੇ ਤੁਹਾਨੂੰ ਵੇਖ ਰਹੇ ਨੇ, ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਚਾਹੁੰਦੇ ਕਿ ਜ਼ੁਲਮ ਦੇ ਇਹਦੀ ਇੰਤਹਾ ਹੈਗੀ। ਜ਼ੁਲਮ ਇਹੋ ਜਿਹਾ ਜ਼ੁਲਮ ਨਹੀਂ ਹੋਣਾ ਚਾਹੀਦਾ। ਇੱਕ ਗਲਤ ਔਰਤ ਹੈ, ਉਹਨੂੰ ਤੁਸੀਂ ਹਮਾਇਤ ਕਰਨ ਡਿਆ ਜੇ, ਸਾਨੂੰ ਤੁਸੀਂ ਅੰਦਰ ਬੰਦ ਕਰਨ ਡਿਆ ਜੇ, ਉਹਨੂੰ ਫਿਰ ਨਾਲ ਬੰਦ ਕਰੋ। ਤੇ ਪੁਲਿਸ ਵਾਲੇ ਹੁਣ ਕੀ ਕਹਿੰਦੇ ਨੇ, ਕਿਉਂ ਨਹੀਂ ਛੱਡਦੇ ਪਏ? ਉਹ ਆਂਦੇ ਪਰਚਾ ਕੱਟਿਆ ਗਿਆ, ਅਦਾਲਤ ਜਾਓ ਹੁਣ। ਅੱਛਾ, ਹਾਂਜੀ, ਇਹਦਾ ਰਿਮਾਂਡ ਲਵਾਂਗੇ, ਇਹ ਉਹ ਕਰਾਂਗੇ। तो ਅਸੀਂ तो इस साल तो बड़े परेशान हुए बैठे हैं। बिल्कुल जी, इस तरह के केसेस बहुत ज़्यादा बढ़ते जा रहे हैं। इस तरह की ख़वातीन जो पहले शादीशुदा होती हैं और फिर वो अपने इश्क में मुलविस करवा लेती हैं या झांसा देती हैं इश्क का, प्यार का, और फिर अपनी तरफ अट्रैक्ट करती हैं नौजवान लड़कों को, और फिर नौजवान नस्लें ख़राब की जा रही हैं। इस तरह से तबाह बर्बाद किया जाता है, उनसे पैसा खाया जाता है और फिर उनको बहुत से झांसे दिए जाते हैं कि हम ये कर देंगी वो कर देंगी। इस तरह की ख़वातीन से बचने की ज़रूरत है। कहीं ऐसा ना हो कि आपका बेटा भी फंस जाए इस तरह के मामलात में। आप किसी को हवस का निशाना बना के और किसी को अपनी हवस पूरा करने के लिए अपने साथ रखती हैं और बाद में उसी को बदनाम कर देती हैं। बड़े अफसोस की बात है। इस तरह की ख़वातीन से नौजवान नस्ल दूर रहे, इसी में बेहतरी है। इसी के साथ इजाज़त चाहूँगा।